हेलो स्टूडेंट्स, सिक्योर फ्यूचर अकेडमी मुक्तसर ਵਿੱਚ ਤੁਹਾਡਾ ਸਵਾਗਤ ਹੈ। ਮੇਰਾ ਨਾਮ ਰੋਹਿਤ ਕੁਮਾਰ ਹੈ। ਅੱਜ ਅਸੀਂ ਜੋ ਚੈਪਟਰ ਸਾਡਾ ਅਧੂਰਾ ਰਹਿ ਗਿਆ ਸੀ ਉਸ ਨੂੰ ਪੂਰਾ ਕਰਨ ਜਾ ਰਹੇ ਹਾਂ। ਕੱਲ ਅਸੀਂ ਕੀਤਾ ਸੀਗਾ ਜੋ 4 ਆਰਟੀਕਲ ਹੈ ਸੰਵਿਧਾਨ ਦੇ ਭਾਗ ਪਹਿਲੇ ਦੇ ਵਿੱਚ, ਉਹਨਾਂ ਦੇ ਬਾਰੇ ਅੱਜ ਅਸੀਂ ਕਰਨ ਜਾ ਰਹੇ ਹਾਂ ਕਿ ਉਹਨਾਂ ਦੇ ਆਧਾਰ 'ਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਵਿਕਾਸ ਕਿਵੇਂ ਹੋਇਆ। ਕਿਉਂਕਿ ਸਟਾਰਟਿੰਗ ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ ਸੀ ਤਾਂ 552 ਰਿਆਸਤਾਂ ਸੀ। 552 ਦੇ ਵਿੱਚੋਂ ਅਗਰ ਗੱਲ ਕਰੀਏ ਤਾਂ 3 ਰਿਆਸਤਾਂ ਨੂੰ ਛੱਡ ਕੇ ਬਾਕੀ ਸਾਰੀਆਂ ਰਿਆਸਤਾਂ ਜਿਹੜੀਆਂ ਸੀਗੀਆਂ ਉਹ ਭਾਰਤ ਦੇ ਨਾਲ ਮਿਲ ਗਈਆਂ ਸੀ। ਇਹਨਾਂ ਦੇ ਬਾਰੇ ਪੜ੍ਹਾਂਗੇ ਅੱਜ ਅਸੀਂ। ਉਸ ਤੋਂ ਬਾਅਦ ਕਿਵੇਂ ਉਹ ਕਿਹੜੀਆਂ ਸਟੇਟਸ ਬਣੀਆਂ, ਠੀਕ ਹੈ, ਇਹਨਾਂ ਸਾਰੇ ਗੱਲਾਂ ਦੇ ਬਾਰੇ ਆਪਾਂ ਅੱਜ ਡਿਟੇਲ 'ਚ ਵੇਖਦੇ ਹਾਂ। ਤਾਂ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਵਿਕਾਸ, ਯਾਨੀ ਕਿ ਰਿਆਸਤਾਂ ਦਾ ਏਕੀਕਰਨ। ਦੇਖੋ, ਆਜ਼ਾਦੀ ਦੇ ਸਮੇਂ ਭਾਰਤ ਦੀਆਂ ਰਾਜਨੀਤਿਕ ਇਕਾਈਆਂ 2 ਸ਼੍ਰੇਣੀਆਂ ਵਿੱਚ ਵੰਡੀਆਂ ਸੀ। ਆਜ਼ਾਦੀ ਦੇ ਸਮੇਂ ਕਿਹੜੀਆਂ? ਇੱਕ ਤਾਂ ਬ੍ਰਿਟਿਸ਼ ਸੂਬੇ ਸੀ, ਯਾਨੀ ਕਿ ਜੋ ਬ੍ਰਿਟਿਸ਼ ਸਰਕਾਰ ਦੇ ਅਧੀਨ ਸੀ, ਕਿਉਂਕਿ ਜੋ ਬ੍ਰਿਟਿਸ਼ ਜਿੱਥੇ ਤੱਕ ਬ੍ਰਿਟਿਸ਼ ਦਾ ਰਾਜ ਹੋ ਗਿਆ ਸੀਗਾ, ਇੱਕ ਤਾਂ ਉਹ ਵਾਲੇ ਏਰੀਆ ਸੀ ਜਿੱਥੇ ਬ੍ਰਿਟਿਸ਼ ਆਪਦਾ ਸ਼ਾਸਨ ਚਲਾ ਰਹੀ ਸੀ। ਬਾਕੀ ਜਿਹੜਾ ਏਰੀਆ ਬਚਦਾ ਸੀ ਉਹ ਸੀਗੀਆਂ ਦੇਸੀ ਰਿਆਸਤਾਂ। ਦੇਸੀ ਰਾਜਾਂ ਦੇ ਅਧੀਨ ਸੀ ਉਹ, ਪਰ ਬ੍ਰਿਟਿਸ਼ ਦੀ ਸਰਵਉੱਚਤਾ ਦੇ ਅਧੀਨ ਸੀਗੇ ਉਹ ਸਾਰੇ। ਤਾਂ ਭਾਰਤੀ ਸੁਤੰਤਰਤਾ ਐਕਟ ਜਦੋਂ 1947 ਆਉਂਦਾ ਤਾਂ ਉਹਨੇ 2 ਦੇਸ਼ ਬਣਾਏ ਸੀ। ਉਸ ਐਕਟ ਦੇ ਥਰੂ 2 ਦੇਸ਼ ਬਣੇ ਸੀ, ਇੱਕ ਭਾਰਤ ਅਤੇ ਦੂਸਰਾ ਪਾਕਿਸਤਾਨ। ਰਿਆਸਤਾਂ ਨੂੰ 3 ਵਿਕਲਪ ਦਿੱਤੇ ਸੀ। ਜਦੋਂ ਇਹ ਐਕਟ ਆਇਆ ਤਾਂ ਜਿਹੜੀਆਂ ਰਿਆਸਤਾਂ ਸੀਗੀਆਂ ਉਹਨਾਂ ਨੂੰ 3 ਵਿਕਲਪ, ਯਾਨੀ ਕਿ ਉਹਨਾਂ ਨੂੰ ਇਹ ਕਿਹਾ ਸੀ, 3 ਸੁਝਾਅ ਦਿੱਤੇ ਸੀ। ਪਹਿਲਾ ਇਹ ਸੀ ਕਿ ਭਾਰਤ ਦੇ ਵਿੱਚ ਸ਼ਾਮਿਲ ਹੋਣਾ, ਵੀ ਕੋਈ ਵੀ ਰਿਆਸਤ ਹੈ ਜਿਹੜੀ ਉਹਦੀ ਮਰਜ਼ੀ ਹੈ, ਜੋ ਭਾਰਤ ਵਿੱਚ ਸ਼ਾਮਿਲ ਹੋਣਾ ਚਾਹੁੰਦੀ ਹੈ ਤਾਂ ਭਾਰਤ ਵਿੱਚ ਸ਼ਾਮਿਲ ਹੋ ਜਾਵੇ। ਦੂਸਰੀ ਉਹਨਾਂ ਨੂੰ ਆਪਸ਼ਨ ਦਿੱਤੀ ਸੀ ਕਿ ਪਾਕਿਸਤਾਨ ਦੇ ਵਿੱਚ ਸ਼ਾਮਿਲ ਹੋਣਾ, ਯਾਨੀ ਕਿ ਜੇ ਉਹ ਪਾਕਿਸਤਾਨ ਦੇ ਵਿੱਚ ਰਲਣਾ ਚਾਹੁੰਦੀਆਂ ਤਾਂ ਪਾਕਿਸਤਾਨ 'ਚ ਰਲ ਜਾਣ। ਅਤੇ ਤੀਸਰੀ ਆਪਸ਼ਨ ਸੀ ਆਜ਼ਾਦ ਰਹਿਣਾ, ਅਗਰ ਉਹ ਇਹਨਾਂ ਦੋਨੋਂ ਹੀ ਦੇਸ਼ਾਂ ਨਾਲ ਨਹੀਂ ਰਲਣਾ ਚਾਹੁੰਦੀਆਂ ਤਾਂ ਉਹਦਾ ਆਜ਼ਾਦ ਰਹਿ ਸਕਦੀਆਂ। ਤਾਂ ਉਸ ਸਮੇਂ ਕੁੱਲ ਜੇ ਅਸੀਂ ਗੱਲ ਕਰੀਏ ਤਾਂ 552 ਰਿਆਸਤਾਂ ਸੀ, ਜਿਨ੍ਹਾਂ ਦੇ ਵਿੱਚੋਂ 549 ਨੇ ਭਾਰਤ ਵਿੱਚ ਸ਼ਾਮਿਲ ਹੋਣ ਲਈ ਮੰਨ ਲਿਆ। ਔਰ ਯਾਦ ਰੱਖਿਓ, ਇਹਦੇ ਲਈ ਜੋ ਸਭ ਤੋਂ ਇੰਪੋਰਟੈਂਟ ਪਰਸਨ ਹੈ ਜਿਨ੍ਹਾਂ ਨੇ ਰਿਆਸਤਾਂ ਨੂੰ ਮਨਾਇਆ ਸੀਗਾ ਉਹ ਸੀਗੇ ਸਰਦਾਰ ਵੱਲਭ ਭਾਈ ਪਟੇਲ। ਇਸ ਕਰਕੇ ਉਹਨਾਂ ਦੇ ਜੋ ਹੁਣ ਸਟੈਚੂ ਬਣਿਆ ਉਸ ਨੂੰ ਸਟੈਚੂ ਆਫ ਯੂਨਿਟੀ ਵੀ ਕਿਹਾ ਜਾਂਦਾ ਹੈ। ਧਿਆਨ ਰੱਖਣਾ ਸਰਦਾਰ ਵੱਲਭ ਭਾਈ ਜੀ ਪਟੇਲ ਬਾਰੇ। ਉਸ ਤੋਂ ਬਾਅਦ ਗੱਲ ਕਰਦੇ ਹਾਂ, ਪਰ ਜਿਹੜੀਆਂ 3 ਰਿਆਸਤਾਂ ਸੀ, ਇੱਕ ਹੈਦਰਾਬਾਦ, ਇੱਕ ਜੂਨਾਗੜ੍ਹ, ਇੱਕ ਕਸ਼ਮੀਰ, ਇਹਨੇ ਭਾਰਤ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਹੈਦਰਾਬਾਦ ਯਾਨੀ ਕਿ ਜਿਹੜਾ ਤੇਲੰਗਾਨਾ ਵਾਲਾ ਇਲਾਕਾ ਹੈ, ਜੂਨਾਗੜ੍ਹ ਗੁਜਰਾਤ ਦੇ ਬਿਲਕੁਲ ਨੀਚੇ ਜੇ ਕਰਕੇ ਇਲਾਕਾ ਹੈ, ਅਤੇ ਕਸ਼ਮੀਰ ਤੁਹਾਨੂੰ ਸਭ ਨੂੰ ਹੀ ਪਤਾ। ਇਹ 3 ਰਿਆਸਤਾਂ ਨੇ ਜਿਹੜਾ ਮਨਾ ਕਰ ਦਿੱਤਾ ਸੀ। ਇਹਨਾਂ ਨੇ ਕਿਹਾ ਸੀ ਅਸੀਂ ਆਜ਼ਾਦ ਰਹਾਂਗੇ, ਅਸੀਂ ਨਾ ਪਾਕਿਸਤਾਨ ਨਾਲ ਰਲਣਾ ਚਾਹੁੰਦੇ ਹਾਂ, ਨਾ ਹੀ ਅਸੀਂ ਹਿੰਦੁਸਤਾਨ ਯਾਨੀ ਕਿ ਭਾਰਤ ਨਾਲ। ਹਾਲਾਂਕਿ ਸਮੇਂ ਦੇ ਨਾਲ ਉਹ ਵੀ ਸ਼ਾਮਿਲ ਕਰ ਲਈ ਸੀ, ਯਾਨੀ ਕਿ ਸਮੇਂ ਦੇ ਨਾਲ ਇਹਨਾਂ ਤਿੰਨਾਂ ਨੂੰ ਵੀ ਅਸੀਂ ਸ਼ਾਮਿਲ ਕਰ ਲਿਆ ਸੀ। ਕਿਵੇਂ ਕੀਤਾ ਸੀ ਆਪਾਂ ਅੱਗੇ ਪੜ੍ਹਾਂਗੇ। ਹੈਦਰਾਬਾਦ ਨੂੰ ਤਾਂ ਅਸੀਂ ਕੀਤਾ ਸੀਗਾ ਪੁਲਿਸ ਕਾਰਵਾਈ ਦੇ ਨਾਲ। ਹੈਦਰਾਬਾਦ ਦਾ ਜੋ ਨਿਜ਼ਾਮ ਸੀ ਉਹਨੂੰ ਮਨਾਇਆ ਗਿਆ ਕਿ ਜਿਹੜਾ ਵੀ ਭਾਰਤ ਦੇ ਵਿੱਚ ਵੀ ਤੁਸੀਂ ਰਲੋ, ਕਿਉਂਕਿ ਹੈਦਰਾਬਾਦ ਜਿਹੜਾ ਬਿਲਕੁਲ ਸਾਊਥ ਇੰਡੀਆ ਦੇ ਵਿੱਚ ਬਿਲਕੁਲ ਨੀਚੇ ਜੇ ਕਰਕੇ ਸਾਰੇ ਪਾਸੇ ਜਾਣੀ ਕਿ ਇਹਦੀ ਹੈਦਰਾਬਾਦ ਦੀ ਬਾਉਂਡਰੀ ਭਾਰਤ ਦੀ ਲੱਗ ਰਹੀ ਸੀ, ਠੀਕ ਹੈ, ਪਰ ਉਹ ਮੰਨ ਨਹੀਂ ਰਹੇ ਸੀ। ਉਸ ਤੋਂ ਬਾਅਦ ਪੁਲਿਸ ਐਕਸ਼ਨ ਦੇ ਨਾਲ ਉਸ ਏਰੀਏ 'ਤੇ ਜਿਹੜਾ ਹੈਗਾ ਭਾਰਤ ਨੇ ਕਬਜ਼ਾ ਕਰ ਲਿਆ। ਉਸ ਤੋਂ ਬਾਅਦ ਹੈ ਜੂਨਾਗੜ੍ਹ, ਕਿਉਂਕਿ ਇੱਕ ਗੱਲ ਯਾਦ ਰੱਖਿਓ, ਹੈਦਰਾਬਾਦ ਦੇ ਵਿੱਚ ਜਿਹੜੀ ਆਬਾਦੀ ਜ਼ਿਆਦਾ ਸੀ ਉਹ ਸੀਗੀ ਹਿੰਦੂ ਦੀ, ਠੀਕ ਹੈ, ਲੇਕਿਨ ਜਿਹੜਾ ਰਾਜ ਕਰ ਰਹੇ ਸੀ ਉਹ ਸੀਗੇ ਮੁਸਲਿਮ ਨਿਜ਼ਾਮ ਸੀਗੇ, ਠੀਕ ਹੈ। ਇਸ ਕਰਕੇ ਉੱਥੋਂ ਦੀ ਜਨਤਾ ਤਾਂ ਚਾਹੁੰਦੀ ਸੀ ਭਾਰਤ ਦੇ ਨਾਲ ਰਲਣਾ, ਪਰ ਫਿਰ ਵੀ ਉਸਨੂੰ ਮਨਾਇਆ ਗਿਆ ਨਿਜ਼ਾਮ ਨੂੰ। ਜਦੋਂ ਨਹੀਂ ਮੰਨੇ ਤਾਂ ਫਿਰ ਪੁਲਿਸ ਕਾਰਵਾਈ ਦੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਹੈਦਰਾਬਾਦ ਨੂੰ ਮਿਲਾਇਆ ਗਿਆ। ਉਸ ਤੋਂ ਬਾਅਦ ਹੈ ਜੂਨਾਗੜ੍ਹ ਜੋ ਗੁਜਰਾਤ ਦੇ ਬਿਲਕੁਲ ਨੀਚੇ ਜੇ ਹੈ। ਜੂਨਾਗੜ੍ਹ ਇੱਕ ਗੱਲ ਯਾਦ ਰੱਖਣਾ, ਇਹ ਦੋਨੋਂ ਹੀ ਹੈਦਰਾਬਾਦ ਅਤੇ ਜੂਨਾਗੜ੍ਹ ਜਿਹੜੇ ਆ ਪਾਕਿਸਤਾਨ ਦੇ ਨਾਲ ਬਿਲਕੁਲ ਨਹੀਂ ਲੱਗਦੇ, ਇਹਨਾਂ ਦੀ ਹੱਦ ਬਿਲਕੁਲ ਵੀ ਨਹੀਂ ਲੱਗਦੀ, ਜਦ ਕਿ ਜੰਮੂ ਕਸ਼ਮੀਰ ਦੀ ਤਾਂ ਲੱਗਦੀ ਹੈ ਦੋਨਾਂ ਦੇ ਨਾਲ, ਪਾਕਿਸਤਾਨ ਨਾਲ ਵੀ ਅਤੇ ਆਪਣੇ ਭਾਰਤ ਨਾਲ ਵੀ। ਹੁਣ ਜੂਨਾਗੜ੍ਹ ਦੀ ਗੱਲ ਕਰਦੇ ਹਾਂ ਤਾਂ ਜੂਨਾਗੜ੍ਹ ਨੂੰ ਜਿਹੜਾ ਰਾਏਸ਼ੁਮਾਰੀ ਯਾਨੀ ਕਿ ਰੈਫਰੈਂਡਮ ਕਰਾਇਆ ਗਿਆ। ਇੱਥੇ ਵੀ ਜੇ ਅਸੀਂ ਗੱਲ ਕਰੀਏ ਤਾਂ ਆਬਾਦੀ ਹਿੰਦੂਆਂ ਦੀ ਜ਼ਿਆਦਾ ਸੀ, ਲੇਕਿਨ ਰਾਜ ਕਿਸ ਦਾ ਸੀ? ਮੁਸਲਿਮ ਦਾ। ਤਾਂ ਉੱਥੇ ਇੱਕ ਰੈਫਰੈਂਡਮ ਕਰਾਇਆ ਗਿਆ, ਲੋਕਾਂ ਤੋਂ ਪੁੱਛਿਆ ਗਿਆ, ਵੋਟਿੰਗ ਕਰਵਾਈ ਗਈ ਕਿ ਤੁਸੀਂ ਕਿਸ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ। ਤਾਂ ਆਫਕੋਰਸ ਸੀਗਾ ਹਿੰਦੂ ਆਬਾਦੀ ਜ਼ਿਆਦਾ ਸੀ, ਤਾਂ ਰੈਫਰੈਂਡਮ ਦੇ ਵਿੱਚ ਉਹਨਾਂ ਨੇ ਇਹੀ ਕਿਹਾ ਲੋਕਾਂ ਨੇ ਕਿ ਅਸੀਂ ਭਾਰਤ ਦੇ ਨਾਲ ਮਿਲਣਾ ਚਾਹੁੰਦੇ ਹਾਂ, ਠੀਕ ਹੈ। ਇਹ ਸੁਣ ਕੇ ਰੈਫਰੈਂਡਮ ਦਾ ਨਤੀਜਾ ਦੇਖ ਕੇ ਜਿਹੜਾ ਇੱਥੋਂ ਦਾ ਜਿਹੜਾ ਨਵਾਬ ਸੀ ਉਹ ਜਿਹੜਾ ਪਾਕਿਸਤਾਨ ਦੇ ਵਿੱਚ ਰਾਤੋਂ ਰਾਤ ਹੀ ਮਤਲਬ ਕਿ ਸਮੁੰਦਰ ਦੇ ਰਾਹੀਂ ਦੌੜ ਗਿਆ ਸੀ, ਠੀਕ ਹੈ। ਤਾਂ ਇਸ ਤਰੀਕੇ ਦੇ ਨਾਲ ਅਸੀਂ ਕਹਿ ਸਕਦੇ ਕਿ ਜੂਨਾਗੜ੍ਹ ਨੂੰ ਵੀ ਜਿਹੜਾ ਰੈਫਰੈਂਡਮ ਦੇ ਰਾਹੀਂ ਭਾਰਤ ਦੇ ਵਿੱਚ ਮਿਲਾ ਲਿਆ। ਲੇਕਿਨ ਹੁਣ ਗੱਲ ਆਉਂਦੀ ਸੀ ਜੰਮੂ ਕਸ਼ਮੀਰ ਦੀ। ਜੰਮੂ ਕਸ਼ਮੀਰ ਦੇ ਬਾਰੇ ਭਾਰਤ ਜਿਹੜਾ ਥੋੜ੍ਹਾ ਚੁੱਪ ਰਿਹਾ ਸੀ ਉਸ ਸਮੇਂ। ਕਾਰਨ ਇਹ ਸੀ ਸ਼ਾਇਦ ਕਿਉਂਕਿ ਉੱਥੇ ਆਬਾਦੀ ਜਿਹੜੀ ਸੀਗੀ ਉਹ ਮੁਸਲਮਾਨਾਂ ਦੀ ਜ਼ਿਆਦਾ ਸੀ,
पर ਜਿਹੜਾ ਰਾਜ ਸੀ ਉਹ ਹਿੰਦੂ ਦਾ ਸੀ, ਯਾਨੀ ਕਿ ਹਰੀ ਸਿੰਘ ਉੱਥੋਂ ਦਾ ਰਾਜਾ ਜੋ ਸੀ ਉਹ ਹਰੀ ਸਿੰਘ ਸੀ। ਇਸ ਕਰਕੇ ਜੇ ਉੱਥੇ ਰਿਫਰੈਂਡਮ ਹੋ ਜਾਂਦਾ ਤਾਂ ਸ਼ਾਇਦ ਜੰਮੂ ਕਸ਼ਮੀਰ ਦੇ ਲਈ ਹਾਂ ਨਾ ਕਰਦੇ ਉੱਥੋਂ ਦੇ ਲੋਕ, ਠੀਕ ਹੈ। ਇਸ ਕਰਕੇ ਭਾਰਤ ਇਹਦੇ ਬਾਰੇ ਥੋੜ੍ਹਾ ਚੁੱਪ ਰਿਹਾ। ਉਸ ਤੋਂ ਬਾਅਦ ਗੱਲ ਕਰਦੇ ਹਾਂ 1950 ਦੇ ਵਿੱਚ। ਹੁਣ 1950 ਦੇ ਵਿੱਚ ਸੰਵਿਧਾਨ ਵਿੱਚ ਪੂਰੇ ਭਾਰਤ ਨੂੰ 4 ਗਰੁੱਪਾਂ ਵਿੱਚ ਵੰਡ ਦਿੱਤਾ ਸੀ। ਯਾਨੀ ਕਿ ਜਦੋਂ 1950 ਦੇ ਵਿੱਚ ਕੀ ਕੀਤਾ, ਜੋ ਵੀ ਰਿਆਸਤਾਂ ਸੀਗੀਆਂ, ਜੋ ਵੀ ਕੁਝ ਰਿਆਸਤਾਂ ਦਾ ਦੇਖਿਆ ਜਾਵੇ ਤਾਂ 549 ਦੇ ਕਰੀਬ ਤਾਂ ਸਾਡੇ ਕੋਲ ਆ ਹੀ ਚੁੱਕੀਆਂ ਸੀਗੀਆਂ, 549 ਦੇ ਕਰੀਬ, ਠੀਕ ਹੈ। ਜਿਹੜੀਆਂ ਰਿਆਸਤਾਂ ਸੀਗੀਆਂ ਜਾਂ ਫਿਰ ਜੋ ਬ੍ਰਿਟਿਸ਼ ਰਾਜ ਸੀ, ਇਹਨਾਂ ਸਾਰਿਆਂ ਨੂੰ ਕੀ ਕੀਤਾ 1950 ਦੇ ਵਿੱਚ 4 ਗਰੁੱਪ ਦੇ ਵਿੱਚ ਵੰਡ ਦਿੱਤਾ ਸੀ। ਗਰੁੱਪ A, ਗਰੁੱਪ B, ਗਰੁੱਪ C, ਗਰੁੱਪ D। ਇਹਨਾਂ ਨੂੰ ਕਿਸ ਤਰੀਕੇ ਨਾਲ ਵੰਡਿਆ ਗਿਆ, ਜੋਗ੍ਰਾਫਿਕਲੀ ਜਾਂ ਫਿਰ ਇਕਨੋਮਿਕਲੀ, ਜੋ ਇੱਕੋ ਜਿਹੇ ਹੈ ਜਾਂ ਫਿਰ ਭਾਸ਼ਾ ਦੇ ਆਧਾਰ 'ਤੇ ਕੋਈ ਇੱਕੋ ਜਿਹੇ ਹੈ, ਇੱਕੋ ਜਿਹੇ ਕਲਚਰ ਵਾਲੇ, ਤਾਂ ਉਹਨਾਂ ਨੂੰ ਅਲੱਗ ਅਲੱਗ ਜਿਹੜੇ 4 ਗਰੁੱਪਾਂ ਦੇ ਵਿੱਚ ਵੰਡ ਦਿੱਤਾ। ਹਾਲਾਂਕਿ ਇਹ ਜ਼ਿਆਦਾ ਕੋਈ ਇੰਪੋਰਟੈਂਟ ਨਹੀਂ ਵੀ ਕਿਹੜੇ ਗਰੁੱਪ 'ਚ ਕਿਹੜੀ ਸਟੇਟ ਸੀ, ਇਹਨਾਂ ਦੀ ਖਾਸ ਇੰਪੋਰਟੈਂਟ ਨਹੀਂ ਹੈ, ਪੇਪਰ ਦੇ ਵਿੱਚ ਕਦੇ ਦੇਖਿਆ ਨਹੀਂ ਹੈ ਕੁਐਸਚਨ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜਦੋਂ ਇਹ 4 ਗਰੁੱਪ ਬਣ ਗਏ, ਠੀਕ ਹੈ, ਉਸ ਤੋਂ ਬਾਅਦ ਇੱਕ ਕਮਿਸ਼ਨ ਆਇਆ ਸੀ, ਧਰ ਕਮਿਸ਼ਨ ਅਤੇ JVP ਕਮਿਸ਼ਨ। ਕਿਉਂਕਿ ਹਰ ਪਾਸੋਂ ਭਾਸ਼ਾ ਦੇ ਆਧਾਰ 'ਤੇ ਰਾਜਾਂ ਦੇ ਪੁਨਰਗਠਨ ਦੀ ਮੰਗ ਕੀਤੀ ਗਈ ਸੀ, ਖਾਸ ਕਰਕੇ ਦੱਖਣੀ ਭਾਰਤ ਦੇ ਵਿੱਚ, ਕਿਉਂਕਿ ਦੱਖਣੀ ਭਾਰਤ ਦੇ ਵਿੱਚ ਕਾਫੀ ਸਾਰੀ ਜਿਹੜੀਆਂ ਲੈਂਗੁਏਜ ਬੋਲੀਆਂ ਜਾਂਦੀਆਂ, ਠੀਕ ਹੈ। ਇਸ ਦੇ ਆਧਾਰ 'ਤੇ ਹੀ ਜਿਹੜਾ ਕੀ ਆ ਉੱਥੇ ਵੱਖ ਵੱਖ ਜਿਹੜੇ ਅੰਦੋਲਨ ਸ਼ੁਰੂ ਹੋ ਗਏ ਸੀਗੇ। ਤਾਂ ਇਸ ਅੰਦੋਲਨ ਦੇ ਕਰਕੇ ਇੱਕ ਕਮਿਸ਼ਨ ਆਇਆ ਸੀ, ਧਰ ਕਮਿਸ਼ਨ, ਠੀਕ ਹੈ। ਆਪਾਂ ਪਹਿਲਾਂ ਇਹਦੇ ਬਾਰੇ ਪੜ੍ਹਦੇ, JVP ਕਮੇਟੀ ਜਿਹੜੀ ਆ ਉਹ ਅਲੱਗ ਹੈ। ਇਸ ਤਰ੍ਹਾਂ ਫਿਰ ਜੂਨ 1948 ਦੇ ਵਿੱਚ ਭਾਰਤੀ ਸਰਕਾਰ ਨੇ ਭਾਸ਼ਾਈ ਪ੍ਰਾਂਤ ਕਮਿਸ਼ਨ ਯਾਨੀ ਕਿ ਲਿੰਗੁਇਸਟਿਕ ਪ੍ਰੋਵਿੰਸਿਸ ਕਮਿਸ਼ਨ ਇੱਕ ਨਿਯੁਕਤ ਕੀਤਾ ਸੀ। ਉਸ ਕਮਿਸ਼ਨ ਦੀ ਜਿਹੜੀ ਪ੍ਰਧਾਨਗੀ ਉਹ SK ਧਰ ਨੇ ਕੀਤੀ ਸੀ, ਇਸ ਕਰਕੇ ਇਸ ਨੂੰ ਧਰ ਕਮਿਸ਼ਨ ਕਿਹਾ ਜਾਂਦਾ ਹੈ। ਕਮਿਸ਼ਨ ਨੇ ਕੀ ਕੀਤਾ, ਆਪਣੀ ਜਿਹੜੀ ਰਿਪੋਰਟ ਸੀਗੀ ਉਹ 1948 ਦੇ ਵਿੱਚ ਪੇਸ਼ ਕਰ ਦਿੱਤੀ, ਠੀਕ ਹੈ, ਅਤੇ ਕਿਹਾ ਕਿ ਜਿਹੜੇ ਰਾਜਾਂ ਦੇ ਪੁਨਰਗਠਨ ਪ੍ਰਸ਼ਾਸਨਿਕ ਆਧਾਰ 'ਤੇ ਕੀਤੇ ਜਾਣ, ਨਾ ਕਿ ਭਾਸ਼ਾ ਦੇ ਆਧਾਰ 'ਤੇ। ਯਾਨੀ ਕਿ ਕਮਿਸ਼ਨ ਨੇ ਇਹ ਰਿਪੋਰਟ ਦਿੱਤੀ ਕਿ ਜਿਹੜਾ ਰਾਜਾਂ ਦਾ ਜਿਹੜਾ ਪੁਨਰਗਠਨ ਕਰਨਾ, ਜੋ ਰਾਜ ਬਣਾਉਣੇ ਹੈ, ਕਿਸ ਕਿਸ ਤਰੀਕੇ ਨਾਲ ਬਣਾਉਣੇ, ਉਹ ਸਿਰਫ ਪ੍ਰਸ਼ਾਸਨਿਕ ਆਧਾਰ 'ਤੇ ਹੋਣ, ਵੀ ਪ੍ਰਸ਼ਾਸਨ ਸਹੀ ਚੱਲ ਸਕੇ ਉਹਦੇ ਆਧਾਰ 'ਤੇ ਹੋਣੇ ਚਾਹੀਦੇ, ਨਾ ਕਿ ਭਾਸ਼ਾ ਦੇ। ਕਿਉਂਕਿ ਭਾਰਤ ਦੇ ਵਿੱਚ ਬਹੁਤ ਸਾਰੀ ਲੈਂਗੁਏਜ ਬੋਲੀ ਜਾ ਰਹੀਆਂ, ਜੇ ਆਪਾਂ ਨੂੰ ਪਤਾ ਪੰਜਾਬ ਦੇ ਵਿੱਚ ਹੀ ਉਪ ਭਾਸ਼ਾਵਾਂ ਕਿੰਨੀਆਂ, ਠੀਕ ਹੈ। ਇਸ ਕਰਕੇ ਜਿਹੜਾ ਹੈਗਾ ਉਹ ਕਹਿੰਦੇ ਵੀ ਭਾਸ਼ਾ ਦੇ ਆਧਾਰ 'ਤੇ ਅਗਰ ਸਟੇਟਸ ਬਣਾਵਾਂਗੇ ਤਾਂ ਬਹੁਤ ਸਾਰੀਆਂ ਸਟੇਟਸ ਬਣ ਜਾਣਗੀਆਂ, ਇਸ ਕਰਕੇ ਭਾਸ਼ਾ ਨੂੰ ਆਧਾਰ ਨਾ ਮੰਨਿਆ ਜਾਵੇ, ਪ੍ਰਸ਼ਾਸਨਿਕ ਸਿਸਟਮ ਨੂੰ ਆਧਾਰ ਮੰਨਿਆ ਜਾਵੇ। ਫਿਰ ਸਰਕਾਰ ਨੇ ਪਰ ਕੋਈ ਜ਼ਿਆਦਾ ਠੀਕ ਹੈ, ਇਹਨਾਂ ਨੇ ਆਪਣੀ ਰਿਪੋਰਟ ਜ਼ਰੂਰ ਦੇ ਦਿੱਤੀ ਸੀ, ਪਰ ਉਸ ਰਿਪੋਰਟ ਦੇ ਕਾਰਨ ਕੋਈ ਖਾਸ ਜ਼ਿਆਦਾ ਅਸਰ ਨਹੀਂ ਪਿਆ। ਅੰਦੋਲਨ ਜੇ ਫਿਰ ਚੱਲਦੇ ਰਹੇ ਤਾਂ ਫਿਰ ਸਰਕਾਰ ਨੇ ਕੀ ਕੀਤਾ, ਇੱਕ ਹੋਰ ਕਮਿਸ਼ਨ ਦਸੰਬਰ 1948 ਦੇ ਵਿੱਚ ਨਿਯੁਕਤ ਕੀਤਾ। ਪਰ ਇਸ ਦੀ ਅਗਵਾਈ ਜਿਹੜੀ ਕੀਤੀ ਸੀ ਉਹ ਜਵਾਹਰ ਲਾਲ ਨਹਿਰੂ, ਵੱਲਭ ਭਾਈ ਪਟੇਲ ਅਤੇ ਕਿਤਾਬੀ ਸਿਤਾਰਾ ਮਈਆ ਨੇ ਕੀਤੀ ਸੀ। ਇਸ ਕਰਕੇ ਇਸ ਕਮੇਟੀ ਨੂੰ JVP ਕਿਹਾ ਜਾਂਦਾ ਹੈ, ਯਾਨੀ ਕਿ J ਮਤਲਬ ਜਵਾਹਰ ਲਾਲ ਨਹਿਰੂ, ਵੱਲਭ ਭਾਈ ਪਟੇਲ ਅਤੇ P ਮਤਲਬ ਕਿਤਾਬੀ ਸਿਤਾਰਾ ਮਈਆ। ਅਪ੍ਰੈਲ 1949 ਵਿੱਚ ਇਸ ਨੇ ਆਪਣੀ ਰਿਪੋਰਟ ਪੇਸ਼ ਕੀਤੀ। ਇਸ ਨੇ 20 ਰਾਜਾਂ ਦੇ ਪੁਨਰਗਠਨ ਲਈ ਭਾਸ਼ਾ ਨੂੰ ਰਸਮੀ ਤੌਰ 'ਤੇ ਰੱਦ ਕਰ ਦਿੱਤਾ, ਕਿਉਂਕਿ ਇਸ ਕਮਿਸ਼ਨ ਨੇ ਵੀ ਇਹੀ ਰਿਪੋਰਟ ਦਿੱਤੀ ਕਿ ਭਾਸ਼ਾ ਤਾਂ ਕੋਈ ਆਧਾਰ ਨਹੀਂ ਹੋਣਾ ਚਾਹੀਦਾ ਰਾਜ ਬਣਾਉਣ ਲਈ, ਕਿਉਂਕਿ ਭਾਸ਼ਾ ਤਾਂ ਬਹੁਤ ਸਾਰੀਆਂ ਬੋਲੀਆਂ ਜਾਂਦੀਆਂ, ਕਿਉਂਕਿ ਹਜੇ ਦੇਸ਼ ਦੇਖੋ ਆਜ਼ਾਦ ਹੋਇਆ ਤਾਂ ਪਹਿਲਾਂ ਹੀ ਥੋੜ੍ਹੇ ਅੰਦੋਲਨ ਜੇ ਸ਼ੁਰੂ ਹੋ ਗਏ ਸੀ ਰਾਜ ਬਣਨ ਦੇ ਲਈ ਭਾਸ਼ਾ ਦੇ ਆਧਾਰ 'ਤੇ। ਪਰ ਫਿਰ ਕੀ ਹੁੰਦਾ, ਅਕਤੂਬਰ 1953 ਦਾ ਸਮਾਂ ਆਉਂਦਾ, ਉਸ ਸਮੇਂ ਕੀ ਹੋਇਆ, ਭਾਰਤ ਸਰਕਾਰ ਮਜਬੂਰ ਹੋ ਗਈ ਭਾਸ਼ਾ ਦੇ ਆਧਾਰ 'ਤੇ ਪਹਿਲਾ ਰਾਜ ਬਣਾਉਣ ਲਈ। ਯਾਨੀ ਕਿ ਭਾਰਤ ਸਰਕਾਰ ਅੰਦੋਲਨ ਦੇ ਚੱਕਰ ਦੇ ਵਿੱਚ ਬਿਲਕੁਲ ਮਜਬੂਰ ਹੋ ਗਈ ਕਿ ਭਾਰਤ ਸਰਕਾਰ ਨੂੰ ਮੰਨਣਾ ਹੀ ਪਿਆ ਕਿ ਵੀ ਹਾਂ ਭਾਸ਼ਾ ਦੇ ਆਧਾਰ 'ਤੇ ਦੇਸ਼ ਜਿਹੜੀ ਸਟੇਟ ਹੈ ਉਹ ਬਣਾਉਣੀਆਂ ਚਾਹੀਦੀਆਂ। ਕਿਵੇਂ ਕੀ ਹੋਇਆ ਸੀ ਉਸ ਸਮੇਂ, ਇਹ ਇੱਕ ਲੋਕ ਅੰਦੋਲਨ ਚੱਲਿਆ। ਉਸ ਵਿੱਚ ਇੱਕ ਅੰਦੋਲਨ ਦੇ ਵਿੱਚ ਇੱਕ ਪਰਸਨ ਹੈ ਪੋਟੀ ਸ਼੍ਰੀਰਾਮ ਮੁੱਲਾ, ਠੀਕ ਹੈ, ਪੋਟੀ ਸ਼੍ਰੀਰਾਮ ਮੁੱਲੂ ਜਿਹੜਾ ਸੀਗਾ, ਉਹਦੀ ਨਾ 56 ਦਿਨਾਂ ਦੀ ਭੁੱਖ ਹੜਤਾਲ 'ਚ ਮੌਤ ਹੋ ਗਈ, ਜਿਸ ਤੋਂ ਸਰਕਾਰ ਮਜਬੂਰ ਹੋ ਗਈ। ਇਹ ਅੰਦੋਲਨ ਕਿਉਂ ਚੱਲਿਆ, ਕਿਉਂਕਿ ਉਸ ਸਮੇਂ ਦੇ ਵਿੱਚ ਇੱਕ ਰਿਆਸਤ ਸੀ ਆਪਣੇ ਜਿਹੜੀ ਅੱਜ ਕੱਲ੍ਹ ਤਾਮਿਲਨਾਡੂ ਦੇ ਨਾਮ ਨਾਲ ਜਾਣੀ ਜਾਂਦੀ ਹੈ, ਠੀਕ ਹੈ, ਯਾਨੀ ਕਿ ਮਦਰਾਸ ਸੀ। ਤਾਂ ਮਦਰਾਸ ਦੇ ਵਿੱਚ ਜਿਹੜੇ ਹੈਗੇ ਉਹ ਤੇਲਗੂ ਬੋਲਣ ਵਾਲੇ ਅਤੇ ਤਮਿਲ ਬੋਲਣ ਵਾਲੇ ਲੋਕ ਰਹਿੰਦੇ ਸੀ। ਤਾਂ ਤਮਿਲ ਬੋਲਣ ਵਾਲੇ ਜਿਹੜੇ ਲੋਕ ਰਹਿੰਦੇ ਸੀ ਉਹ ਤਾਂ ਤਮਿਲਨਾਡੂ 'ਚ ਅੱਜ ਹੈਗੇ ਆ, ਜਿਹੜੇ ਤੇਲਗੂ ਬੋਲਣ ਵਾਲੇ ਸੀ ਉਹ ਆਪਣਾ ਇੱਕ ਵੱਖਰਾ ਜਿਹੜਾ ਰਾਜ ਚਾਹੁੰਦੇ ਸੀਗੇ। ਤਾਂ ਉਹਨਾਂ ਦੇ ਲਈ ਬਾਅਦ ਵਿੱਚ ਜਿਹੜੀ ਹੈ ਆਂਧਰਾ ਪ੍ਰਦੇਸ਼ ਜਿਹੜੀ ਹੈ ਸਟੇਟ ਬਣੀ ਸੀ। ਤਾਂ ਸਰਕਾਰ ਨੇ ਮਜਬੂਰ ਹੋ ਕੇ ਭਾਸ਼ਾ ਦੇ ਆਧਾਰ 'ਤੇ ਜਿਹੜੀ ਹੈ ਆਂਧਰਾ ਪ੍ਰਦੇਸ਼ ਨੂੰ ਵੱਖਰਾ ਕਰਤਾ 1953 ਦੇ ਵਿੱਚ, ਇੱਕ ਵੱਖਰੀ ਸਟੇਟ ਭਾਸ਼ਾ ਦੇ ਆਧਾਰ 'ਤੇ ਬਣਾਤੀ। ਕਿਉਂਕਿ ਹੁਣ ਦੇਖੋ ਇੱਕ ਕੁਐਸਚਨ ਆਉਂਦਾ ਕਿ ਸਭ ਤੋਂ ਪਹਿਲੀ ਸਟੇਟ ਕਿਹੜੀ ਜਿਹੜੀ ਭਾਸ਼ਾ ਦੇ ਆਧਾਰ 'ਤੇ ਵੱਖਰੀ ਹੋਈ ਸੀ, ਤਾਂ 1953 ਦੇ ਵਿੱਚ ਜਿਹੜੀ ਵੱਖਰੀ ਸੀ ਉਹ ਕਿਹੜੀ ਸੀ, ਆਂਧਰਾ ਪ੍ਰਦੇਸ਼। ਅਤੇ ਕਿੱਥੋਂ ਵੱਖਰੀ ਹੋਈ ਸੀਗੀ, ਮਦਰਾਸ ਤੋਂ, ਕਿਉਂਕਿ ਉਸ ਸਮੇਂ 'ਚ ਤਮਿਲਨਾਡੂ ਨਾਮ ਨਹੀਂ ਸੀ, ਮਦਰਾਸ ਨਾਮ ਸੀ। ਉਸ ਤੋਂ ਬਾਅਦ ਹੁਣ ਜਦੋਂ ਪਤਾ ਹੈ ਵੀ ਇੱਕ ਸਟੇਟ ਭਾਸ਼ਾ ਦੇ ਆਧਾਰ 'ਤੇ ਬਣ ਗਈ ਤਾਂ ਬਾਕੀ ਏਰੀਏ ਤੋਂ ਵੀ ਆਵਾਜ਼ ਉੱਠੇਗੀ, ਬਾਕੀ ਏਰੀਏ 'ਚ ਵੀ ਅੰਦੋਲਨ ਚੱਲਣਗੇ, ਕਿਉਂਕਿ ਬਹੁਤ ਸਾਰੇ ਏਰੀਏ ਇਹੋ ਜਿਹੇ ਸੀ ਜਿੱਥੇ
एक ही स्टेट के दो दो तीन तीन तरह दी लैंगुएज बोलियां जांदियां सी, वड्डे लैवल ते बोलियां जांदियां सी। जिवें असीं पंजाब की गल कर लैंदे, पंजाब दे विच पंजाबी बोली जांदी सी ते हरियाणे वाले जिहड़े लोग सी इस वाले एरिए च हिंदी बोलते सी, पर स्टेट एक सी। इत्थों भी आवाज़ उठी, बहुत सारिया आवाज़ां उठियां उस तो बाद भी। तो फिर गौरमेंट ने सोचा भी जो एक स्टेट बनाई दी है तो फिर क्यों ना फिर भाषा के आधार पर ही राज्य में जोड़ा डिवाइड कर दिता जाए। तो उनके लिए फिर एक होर कमीशन बैठा जिसका नाम से फजल अली कमीशन। फजल अली कमीशन, क्योंकि नाम तो ही पता चल रहा चेयरमैन होंगे। हुण सरकार ने भाषा के आधार पर ही राज्य के पुनर्गठन लिए एक 3 मैंबरी कमीशन की नियुक्ति की। इसका प्रधान फजल अली सी, ठीक है जी। इस दे होर 2 मैंबर जिहड़े सी KM पानीकर ਅਤੇ HN कुंजरू सी। ये याद रखने दोनों मैंबर। ये फजल अली कमीशन जी है बहुत इंपोर्टेंट है, वैसे तो दोनों वो भी बहुत इंपोर्टेंट है। इसने सितंबर 1955 अपनी रिपोर्ट पेश की, ठीक है जी। व्यापक तौर पर स्वीकार किया कि राज्य के पुनर्गठन भाषा के आधार पर किया जा सकता है। इन्होंने कहा कि भी ठीक है किया जा सकता है, पर एक भाषा एक राज के सिद्धांत को इन्होंने त्याग किया। वो कहते भी ये नहीं होना चाहिए कि एक भाषा के आधार पर एक राज बने, तो क्योंकि भारत में तो बहुत सारी लैंगुएज बोली ने। असीं जे गल करिए पंजाब के ही काफ़ी सारे स्टेट्स बन जाने सी, माझे वालों की अलग बन जानी, दुआबे वालों की अलग बन जानी सी, मलवई वालों की अलग, होर भी सब लैंगुएज इत्थे जी बोली जाती, फिर तो काफ़ी स्टेट्स बन जानियां थी। तो उन्होंने कहा ये नहीं हो एक भाषा जोड़ा है उनके आधार पर स्टेट तो बनाई जा सकती है, पर कॉमन जिस जी भाषा है जिवें हम देखो भावें माझी है, दुआबी है, मलवई है तो सारियां पंजाबी। तो इस करके एक वड्डे लैवल की जी लैंगुएज है उनके आधार पर स्टेट को बनाया जा सकता। तो कमीशन ने रिपोर्ट दी, तो कमीशन ने 4 ग्रुपों के वंडे भारतीय खेतर को खत्म करने का सुझाव दिता। कमीशन ने भी कहा भी जोड़े आप ABCD ग्रुप के स्टेट्स बनाई इन्होंने सारे खत्म कर दो। इन्हों खत्म करके दोबारा नवे सिरे तो स्टेट बनाओ, तो स्टेट बनाओ 16 तो जी केंद्र शासित प्रदेश 3 कर दो। इन्होंने ये कहा क्योंकि केंद्र शासित प्रदेश का मतलब होंगे जो सिर्फ तो सिर्फ केंद्र के अधीन ही होएगी, सेंटर के अधीन ही, क्योंकि इतने प्रशासन जो सेंटर वालों ही चल रहा जिवें कि चंडीगढ़ है। भारत सरकार ने इन्होंने सिफारिशों को स्वीकार कर लिया। भारत सरकार मान गई भी ठीक है इन्हों की सिफारिश जी हैगी है सही लगी सानू, पर फिर भी 16 तो नहीं बनिया सी, 14 बनिया सी, 3 केंद्र शासित प्रदेश नहीं बने सी, 6 बने सी। इस तरह सरकार ने राज पुनर्गठन एक्ट फिर लैके आना सी 1956 के पास किया, तो संविधान के जी 7वीं सोध की, तो स्टेट्स रीऑर्गेनाइजेशन एक्ट 1956 एंड द 7th कॉन्स्टिट्यूशनल अमेंडमेंट एक्ट 1956, यानी कि 7वीं सोध की संविधान के 1956 एक्ट पास किया। इनके नतीजे वजों की होया 14 राज नवे आए तो 6 यूनियन प्रदेश कदों 1 नवंबर 1956 बनाए गए। तो हम असीं गल करते 1956 भारत के राज और केंद्र शासित प्रदेश। इस मैप को आप थोड़ा ध्यान नाल देखते हैं। आ देखो जम्मू कश्मीर से उदों एक, आ देखो पंजाब है, पंजाब के भी जड़ियाँ पैप्सू जिमें सी, ठीक है। आ देखो दिल्ली उत्तर प्रदेश है सारा इकट्ठा है। उस तो बिहार, ये देखो बिहार का नक्शा है, उड़ीसा, मध्य प्रदेश देखो कितना वड्डा, इत्थों आ वाले एरिए तो बाद छत्तीसगढ़ निकलेगा, आ वाले बिहार के विचों निकलेगा, झारखंड निकलेगा, इत्थों जड़ा वाला एरिया है ये उत्तराखंड बनेगा बाद च, ठीक है। आ देखो बॉम्बे प्रेजिडेंसी कितनी वड्डी सी, गुजरात भी ये सी पर नाम से बॉम्बे, महाराष्ट्र नहीं सी, ध्यान रखना है। उस तो बाद करनाटका वाला एरिया देखो नाम इनका मैसूर सी उस समय पर, आ सारा आंध्र प्रदेश सी, आ मद्रास सी, ठीक है। लेकिन मैं इस एरिए की गल कर रहा सी उस समय। आ केरला का नाम था केरला ही सी, ठीक है। उस तो बाद इधर देख लो आसाम कला आसाम ही सी, मणिपुर सी, त्रिपुरा सी, सिर्फ ये 3 ही सी। अज 7 सिस्टर है यानी कि 7 स्टेट्स है इतने, लेकिन उस समय के देखो आसाम कितना वड्डा सी, अरुणाचल प्रदेश भी सी, सारे ये सी, बस मणिपुर तो त्रिपुरा अलग सी, ठीक है जी। उस तो बाद असीं गल करिए देखो सिक्किम नहीं दिखाया गया क्योंकि सिक्किम उस समय साडा एरिया है ही नहीं सी। देखो गोवा भी नहीं दिखाया गया, गोवा भी एक्चुअल साडा है नहीं सी। उस तो बाद लिखा भी है पुर्तगाली। उस तो बाद देखो श्रीलंका का नाम भी साइलोन से उसमें, ये यानी कि असीं गल कर रहे हैं 1956 की। 1956 भी देखो ये वाला मैप सी। उस तो बाद हम किहड़े किहड़े राज से वो भी देख लें एक बार पढ़ के। भारत के राज किहड़े किहड़े सी, आंध्र प्रदेश सी, आसाम सी, बिहार, बंबई, बॉम्बे या बंबई, जम्मू और कश्मीर सी, केरल सी, मध्य प्रदेश सी, मद्रास सी जिसका अज नाम तमिलनाडु है, मैसूर सी जिसका नाम अज करनाटक है, उड़ीसा सी, पंजाब सी, राजस्थान सी, उत्तर प्रदेश, पश्चिमी बंगाल। उस तो बाद केंद्र शासित प्रदेश जोड़े सी अंडेमान ते निकोबार टापू से, ठीक है। उस तो बाद दिल्ली, हिमाचल प्रदेश, ठीक है, लैकडीव, मिनीकॉय ते अमिनी दीवी, ये नाम सी उस समय जिसका नाम अज लक्षद्वीप है।
ਉਸ ਤੋਂ ਬਾਅਦ ਇੱਕ ਮਨੀਪੁਰ, ਅੱਜ ਭਾਵੇਂ ਸਟੇਟ ਹੈ ਲੇਕਿਨ ਉਸ ਸਮੇਂ ਦੇ ਵਿੱਚ ਇਹ ਕੀ ਸੀ, UTC ਯੂਨੀਅਨ ਟੈਰੀਟਰੀ ਯਾਨੀ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਸੀ। ਤ੍ਰਿਪੁਰਾ ਅੱਜ ਭਾਵੇਂ ਸਟੇਟ ਹੈ, ਉਸ ਸਮੇਂ ਦੇ ਵਿੱਚ ਕੀ ਸੀਗਾ, ਕੇਂਦਰ ਸ਼ਾਸਿਤ ਪ੍ਰਦੇਸ਼ ਸੀ। ਅਸੀਂ ਇਸ ਮੈਪ 'ਚ ਦੇਖਿਆ ਸੀਗਾ ਸਿਰਫ ਅਸਾਮ ਇੱਕ ਸਟੇਟ ਸੀਗੀ, ਠੀਕ ਹੈ, ਬਾਕੀ ਆਹ ਦੋਨੇ ਉਸ ਸਮੇਂ ਕੀ ਸੀਗੇ, UTC ਯੂਨੀਅਨ ਟੈਰੀਟਰੀ। ਉਸ ਤੋਂ ਬਾਅਦ 1956 ਤੋਂ ਬਾਅਦ ਨਵੇਂ ਬਣਾਏ ਗਏ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼। ਹੁਣ 1956 ਤੋਂ ਬਾਅਦ ਕਿਹੜੇ ਕਿਹੜੇ ਨਵੇਂ ਰਾਜ ਬਣੇ ਆ, ਇਹਦੇ ਬਾਰੇ ਅਸੀਂ ਨੈਕਸਟ ਵੀਡੀਓ 'ਚ ਥੋੜ੍ਹਾ ਡਿਸਕਸ ਕਰਾਂਗੇ।